सत श्री अकाल जी, स्वागत है साढ़े सारे दर्शकों का। मैं जगजीत सिंह लैके तुहाडे लई खास पेशकश गूंजा सिख विरसे दियां एक बार फिर तो हाज़र हाँ। दिल्ली सिख गुरुद्वारा प्रबंधक कमेटी वालों छोटे साहिबजादियां अते बड़े साहिबजादियां की शहादत को समर्पित कित्थे कीर्तन समागम करवाए गए, इससे नज़र पावांगे। सो शुरुआत करते हैं इसकी, जिसका नाम है गूंजा सिख विरसे दियां। चमकौर दी जंग, जिथे वड्डे साहिबजादियां अते कुछ कुछ सिंघां ने मुगल सल्तनत की कमर तोड़ के रख दी। वड्डे साहिबजादियां की शहादत को समर्पित दिल्ली सिख गुरुद्वारा प्रबंधक कमेटी वालों दिल्ली के इतिहासिक गुरुद्वारे गुरुद्वारा दमदमा साहब विखे विशेष कीर्तन समागम करवाए गए, जिस विच संगत भी गुरु चरणों में नतमस्तक हुई। संग बाँच सुर दे अमोघ दरस सब जाती से, ताका संग बाँच सुर दे अमोघ दरस सब जाती से, कर जोर नानक गुरुद्वारा दमदमा साहब विखे दिल्ली सिख गुरुद्वारा प्रबंधक कमेटी वालों बाबा अजीत सिंह जी बाबा जोरावर सिंह जी का जिहड़ा शहीदी दिहाड़ा मनाया गया, और इत्थे संगतां बहुत चाव दे नाल पहुंचे कि गुरु इतिहास दे नाल अपने आप नूं अपनी सुनन वसे, उन्हां दीयां गाथावां सुनन वसे। और ये दिहाड़ा जिथे असी हर साल मनाउंदे आ, हर साल वध चढ़ के बच्चे भी इहदे विच पार्टिसिपेट करते हैं, क्योंकि ऐसा गौरवमय इतिहास सिख पंथ दे विच जिहड़े साहिबजादियां ने आप गुरु अपने पिता कोलों झोली अड़ के शहादत मंगी होए, और उस तो बाद जिहड़े छोटे साहिबजादियां नूं दीवारां दे चिनिया गया, वो शहादत दे साके जिहड़ा एक हफ्ता पूरा मैं समझदा सिख इतिहास का सिख एक मोड़ है, जिथे सिखां नूं इतिहास जिथे मुड़िया जिथे करके अज खालसा पंथ सजिया फिरदा गुरु गोबिंद सिंह महाराज का। अज दे इस दिहाड़े नूं जिथे मैं शत नमन करदा, उन्हां साहिबजादियां नूं नमन करदे हां जिन्हां करके असीं जीवन बतीत कर रहे हैं और गौरवमयी जीवन बतीत कर रहे हैं। अज इत्थे आईयां संगतां दा भी मैं तहे दिलों धन्नवाद करदा। वड्डे साहिबजादों नूं याद करदे हां। उत्थे अज माता हरचरण कौर जी जिन्हां ने जंगे मैदान जिहड़े सिंह शहीद होए सन और वड्डे साहिब दा संस्कार किया,
ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ, ਕਿਉਂਕਿ ਅੱਜ ਇਤਿਹਾਸ ਦੱਸਦਾ ਹੈ ਕਿ ਮੁਸਲਿਮ ਮੁਗਲਾਂ ਨੇ ਫੈਸਲਾ ਲਿਆ ਜਿਹੜਾ ਵੀ ਇਹਨਾਂ ਦਾ ਸੰਸਕਾਰ ਕਰੇਗਾ ਉਹਨੂੰ ਸਜ਼ਾਏ ਮੌਤ ਮਿਲਣੀ ਹੈ। ਤੇ ਮਾਤਾ ਹਰਸ਼ਰਨ ਕੌਰ ਜੀ ਨੇ ਫੈਸਲਾ ਲਿਆ, ਸਾਰੇ ਜਿਹੜੇ ਸਿੰਘਾਂ ਦੇ ਸਰੀਰ ਇਕੱਠੇ ਕਰਕੇ ਉਹਨਾਂ ਸੰਸਕਾਰ ਕੀਤਾ। ਅੱਜ ਉਸ ਮਾਤਾ ਨੂੰ ਵੀ ਪ੍ਰਣਾਮ ਕਰਦੇ ਹਾਂ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦਾਂ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਗਾਰੇ ਛੱਡ ਕੇ ਇੱਕ ਇਤਿਹਾਸ ਕਾਇਮ ਕੀਤਾ ਕਿ ਇਹੋ ਜਿਹੀ ਮਿਸਾਲ ਪੂਰੇ ਸੰਸਾਰ ਵਿੱਚ ਕਿਸੇ ਧਰਮ 'ਚ ਨਹੀਂ ਮਿਲਦੀ। ਮੈਨੂੰ ਲੱਗਦਾ ਕਿ ਅਸੀਂ ਅੱਜ ਕੋਟ ਕੋਟ ਨਮਨ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕੱਦਮੇ ਤਾਰੇ। ਕੋਈ ਅਲਫਾਜ਼ ਨਹੀਂ ਹੈ ਕਿ ਇਸ ਸ਼ਹਾਦਤ ਦਾ ਵਰਣਨ ਹੋ ਸਕੇ, ਸ਼ਬਦਾਂ ਦੀ ਥੋੜ ਪੈ ਜਾਂਦੀ ਹੈ। ਪਰ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ, ਸਾਹਿਬਜ਼ਾਦਿਆਂ ਨੂੰ ਔਰ ਉਹਨਾਂ ਮਾਤਾਵਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਕੌਮ ਨੂੰ ਇੱਕ ਵੱਡਾ ਰਾਹ ਦੇਣ ਵਾਸਤੇ ਇੱਕ ਬਹੁਤ ਵੱਡੀ ਨੀਂਹ ਰੱਖੀ ਹੈ ਔਰ ਸ਼ਹਾਦਤਾਂ ਦੀ ਨੀਂਹ ਦੇ ਉੱਤੇ ਸਿੱਖ ਪੰਥ ਸਜਿਆ। ਮੈਂ ਅੱਜ ਉਹਨਾਂ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰਦਾ। ਸ਼੍ਰੀ ਚਮਕੌਰ ਸਾਹਿਬ ਦੀ ਜੰਗ ਦਾ ਇਤਿਹਾਸ ਮਹੱਤਵਪੂਰਨ ਤਾਂ ਹੈ ਹੀ, ਜਿੱਥੇ ਕੁਝ ਕੁ ਸਿੰਘਾਂ ਨੇ ਲੱਖਾਂ ਦੀ ਮੁਗਲ ਫੌਜ ਨਾਲ ਟੱਕਰਾ ਲਿਆ। ਨਾ ਸਿਰਫ ਟੱਕਰਾ ਲਿਆ, ਸਗੋਂ ਉਹਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ। ਇਸ ਦੌਰਾਨ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਇਸੇ ਸ਼ਹਾਦਤ ਨੂੰ ਸਮਰਪਿਤ PTC ਨਿਊਜ਼ ਦੀ ਖਾਸ ਪੇਸ਼ਕਸ਼। ਛੇ ਪੋਹ ਦੀ ਰਾਤ ਨੂੰ ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਅਤੇ ਉਹਨਾਂ ਦੇ ਕੁਝ ਸਾਥੀ ਸਿੰਘਾਂ ਨੇ ਰੋਪੜ ਦੇ ਕੋਟਲਾ ਨਿਹੰਗ ਖਾਂ ਦੇ ਕੋਲ ਰਾਤ ਗੁਜ਼ਾਰੀ ਅਤੇ 7 ਪੋਹ ਦੀ ਰਾਤ ਵਿੱਚ ਚਮਕੌਰ ਦੀ ਗੜੀ 'ਚ ਪੁੱਜੇ। ਉਸ ਥਾਂ ਤੇ ਦੋ ਭਰਾ ਚੌਧਰੀ ਰੂਪਚੰਦ ਅਤੇ ਜਗਤ ਸਿੰਘ ਨੇ ਗੁਰੂ ਸਾਹਿਬ ਦੀ ਖੂਬ ਸੇਵਾ ਕੀਤੀ ਅਤੇ ਉਹਨਾਂ ਨੂੰ ਆਪਣੀ ਹਵੇਲੀ ਦੇ ਵਿੱਚ ਰੱਖ ਲਿਆ। ਚਮਕੌਰ ਦੀ ਗੜੀ ਇੱਕ ਉੱਚੇ ਥਾਂ ਤੇ ਸਥਿਤ ਸੀ ਤੇ ਗੁਰੂ ਸਾਹਿਬ ਨੇ ਮੁਗਲਾਂ ਦੀ ਇੱਟ ਨਾਲ ਇੱਟ ਖੜਕਾਉਣ ਦਾ ਫੈਸਲਾ ਲਿਆ। ਸਿੰਘਾਂ ਦੀ ਗਿਣਤੀ ਘੱਟ ਸੀ ਤੇ ਮੁਗਲਾਂ ਦੀ ਲੱਖਾਂ ਦੀ ਫੌਜ, ਤੇ ਗੁਰੂ ਸਾਹਿਬ ਨੇ ਉਸ ਵਕਤ ਆਪਣੇ ਮੂੰਹੋਂ ਉਚਾਰਿਆ, 1.25 लाख से एक लड़ाऊं तबे गोबिंद सिंह नाम कहाऊं। ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਸਿੰਘਾਂ ਨੂੰ 5-5 ਦੇ ਜਥੇ ਬਣਾ ਕੇ ਯੁੱਧ 'ਚ ਭੇਜਿਆ ਗਿਆ। ਇੱਕ ਇੱਕ ਗੁਰੂ ਦਾ ਸਿੰਘ ਲੱਖਾਂ ਮੁਗਲਾਂ ਉੱਤੇ ਭਾਰੀ ਪੈ ਰਿਹਾ ਸੀ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਅੱਗੇ ਬੇਨਤੀ ਕੀਤੀ ਅਤੇ ਯੁੱਧ ਵਿੱਚ ਜਾਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗਲੇ ਲਗਾਇਆ ਅਤੇ ਸ਼ਸਤਰ ਦੇ ਕੇ ਯੁੱਧ ਦੇ ਮੈਦਾਨ 'ਚ ਭੇਜਿਆ। ਸਾਹਿਬਜ਼ਾਦਾ ਅਜੀਤ ਸਿੰਘ 5 ਸਿੰਘਾਂ ਦੇ ਨਾਲ ਗੜੀ 'ਚੋਂ ਬਹਾਦਰੀ ਨਾਲ ਯੁੱਧ ਦੇ ਮੈਦਾਨ ਦੇ ਵਿੱਚ ਨਿਤਰੇ ਅਤੇ ਜੈਕਾਰਿਆਂ ਦੇ ਨਾਲ ਯੁੱਧ ਦਾ ਆਗਾਜ਼ ਕੀਤਾ। ਇਤਿਹਾਸਕਾਰ ਦੱਸਦੇ ਨੇ ਕਿ ਸਾਹਿਬਜ਼ਾਦੇ ਤੇ 5 ਸਿੰਘਾਂ ਨੇ ਇਸ ਤਰ੍ਹਾਂ ਯੁੱਧ ਲੜਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ ਸੈਂਕੜੇ ਮੁਗਲ ਢੇਰ ਹੋ ਗਏ। ਸਾਹਿਬਜ਼ਾਦੇ ਦਾ ਜੋਸ਼ ਤੇ ਜਨੂਨ ਦੇਖਦਿਆਂ ਹੋਇਆਂ ਮੁਗਲਾਂ ਨੇ ਦੂਰੋਂ ਹੀ ਨੇਜਿਆਂ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਉੱਤੇ ਵਾਰ ਕਰ ਦਿੱਤੇ ਅਤੇ ਇੱਕ ਨੇਜਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਛਾਤੀ ਦੇ ਵਿੱਚ ਲੱਗਿਆ। ਪਰ ਫਿਰ ਵੀ ਸਾਹਿਬਜ਼ਾਦਾ ਆਪਣੇ ਆਖਰੀ ਸਾਹ ਤੱਕ ਯੁੱਧ ਦੇ ਮੈਦਾਨ ਦੇ ਵਿੱਚ ਡਟੇ ਰਹੇ ਤੇ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹੀਦੀ ਦੀ ਖਬਰ ਸੁਣ ਕੇ ਗੁਰੂ ਸਾਹਿਬ ਦੇ ਦੂਜੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੇ ਵੀ ਯੁੱਧ ਦੇ ਮੈਦਾਨ ਦੇ ਵਿੱਚ ਜਾਣ ਦੀ ਇੱਛਾ ਪ੍ਰਗਟਾਈ। ਉਸ ਵਕਤ ਜੁਝਾਰ ਸਿੰਘ ਦੀ ਉਮਰ ਸਿਰਫ 14 ਸਾਲ ਸੀ। ਜੁਝਾਰ ਸਿੰਘ ਹੋਰਾਂ ਨੇ ਗੁਰੂ ਜੀ ਨੂੰ ਆਪਣੇ ਵੱਡੇ ਹੋਣ ਦਾ ਸਬੂਤ ਦਿੰਦੇ ਹੋਏ ਉੱਚੀ ਦਸਤਾਰ ਸਜਾਈ। ਗੁਰੂ ਦਾ ਆਸ਼ੀਰਵਾਦ ਲੈ ਸਾਹਿਬਜ਼ਾਦਾ ਜੁਝਾਰ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਅਤੇ 3 ਹੋਰ ਸਿੰਘਾਂ ਨਾਲ ਯੁੱਧ ਲਈ ਗੜੀ 'ਚੋਂ ਬਾਹਰ ਆਏ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਇੰਨੀ ਜ਼ਿਆਦਾ ਫੁਰਤੀ ਦੇ ਨਾਲ ਕਿਰਪਾਨ ਨਾਲ ਮੁਗਲਾਂ ਉੱਤੇ ਵਾਰ ਕੀਤੇ ਕਿ ਮਿੰਟਾਂ ਦੇ ਵਿੱਚ ਹੀ ਮੁਗਲਾਂ ਦੀ ਸੈਂਕੜਿਆਂ ਦੀ ਫੌਜ ਟੈਟੇਰੀ ਹੋ ਗਈ। ਸਾਹਿਬਜ਼ਾਦਾ ਜੁਝਾਰ ਸਿੰਘ ਦੀ ਦਲੇਰੀ ਨੂੰ ਵੇਖਦਿਆਂ ਇੱਕ ਮੁਗਲ ਮੁਖੀ ਨੇ ਦੂਰੋਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਵਾਰ ਕੀਤਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਇੱਕ ਯੋਧੇ ਦੀ ਤਰ੍ਹਾਂ ਸ਼ਹੀਦ ਹੋ ਗਏ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਪਣੇ ਸਾਹਮਣੇ ਹੁੰਦੀ ਵੇਖ ਗੁਰੂ ਸਾਹਿਬ ਦੇ ਮੂੰਹੋਂ ਸਿਰਫ ਜੈਕਾਰਾ ਹੀ ਨਿਕਲਿਆ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਗੁਰੂ ਸਾਹਿਬ ਨੇ ਇਸ ਯੁੱਧ ਦਾ ਜ਼ਿਕਰ ਜਫਰਨਾਮੇ ਦੇ ਵਿੱਚ ਵੀ ਕੀਤਾ ਹੈ। ਇਸ ਸਾਰੇ ਯੁੱਧ ਵਿੱਚ ਸਿੱਖਾਂ ਦੀ ਗਿਣਤੀ ਭਾਵੇਂ ਘੱਟ ਸੀ, ਪਰ ਗੁਰੂ ਸਾਹਿਬ ਦੇ ਸ਼ਬਦਾਂ ਦੇ ਵਿੱਚ ਇੰਨਾ ਕੁ ਬਲ ਸੀ ਕਿ ਗੁਰੂ ਸਾਹਿਬ ਦਾ ਇੱਕ ਇੱਕ ਸਿੱਖ ਮੁਗਲਾਂ ਦੀ ਲੱਖਾਂ ਦੀ ਫੌਜ ਨਾਲ ਟਾਕਰਾ ਕਰਦਿਆਂ ਹੋਇਆਂ ਸ਼ਹੀਦ ਹੋਇਆ। 8 ਪੋਹ ਨੂੰ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਜੁਝਾਰ ਸਿੰਘ ਛੋਟੀ ਉਮਰ ਦੇ ਵਿੱਚ ਹੀ ਇੱਕ ਯੋਧੇ ਵਾਂਗ ਲੜਦਿਆਂ ਹੋਇਆਂ ਆਪਣੀ ਕੌਮ ਖਾਤਰ ਸ਼ਹੀਦ ਹੋ ਗਏ।
ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। पहला मरण कबूल जीवन की छड़ी आस हो सबना की रेण का तब आओ हमारे पास। छोटे साहिबजादियां ਅਤੇ माता गुजर कौर जी ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿੱਚ ਸੰਗਤ ਨੇ ਵੀ ਵੱਡੀ ਗਿਣਤੀ 'ਚ ਆਪਣੀ ਹਾਜ਼ਰੀ ਲਵਾਈ। ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਹੈ, ਸਰਸਾ ਨਦੀ 'ਤੇ ਪਹੁੰਚ ਕੇ ਪਰਿਵਾਰ 3 ਥਾਵਾਂ 'ਤੇ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਸਰਹੰਦ ਚਲੇ ਗਏ, ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਨਾਲ ਚਮਕੌਰ ਦੀ ਗੜੀ ਚਲੇ ਗਏ, ਅਤੇ ਮਾਤਾਵਾਂ ਜਿਹੜੀਆਂ ਅਸੀਂ ਦੋਵੇਂ ਮਾਤਾ ਸੁੰਦਰ ਜੀ ਤੇ ਮਾਤਾ ਸਾਹਿਬ ਕੌਰ ਇੱਥੇ ਆ ਗਈ ਇਸ ਸਥਾਨ 'ਤੇ। ਇੱਥੇ ਆ ਕੇ 40 ਸਾਲ ਰਹੀ ਆ ਮਾਤਾ ਸੁੰਦਰ ਕੌਰ ਇਸ ਸਥਾਨ 'ਤੇ। ਮਾਤਾ ਸਾਹਿਬ ਕੌਰ ਵੀ ਇੱਥੇ ਰਹੀ ਆ ਕੇ। ਜਦੋਂ ਹਜ਼ੂਰ ਸਾਹਿਬ ਗਈ ਨਾਲ, ਉੱਥੋਂ ਮਹਾਰਾਜ ਨੂੰ ਕਹਿੰਦੀ ਵੀ ਮੈਂ ਇਕੱਲੀ ਰਹਿ ਨਹੀਂ ਸਕਦੀ, ਤਾਂ ਮੈਂ ਆਪਣੇ ਸ਼ਸਤਰ ਦਿੱਤੇ 5 ਜਿਹੜੇ 6ਵੇਂ ਪਾਤਸ਼ਾਹ ਦੇ ਸ਼ਸਤਰ ਸੀ, 10ਵੇਂ ਪਾਤਸ਼ਾਹ ਨੇ ਉਹ ਮਾਤਾ ਨੂੰ ਦਿੱਤੇ ਸੀ। ਉਹ ਇੱਥੇ ਸਾਡੇ ਕੋਲ ਪਏ ਮੌਜੂਦ ਨੇ ਸ਼ਸਤਰ। ਇਹ ਉਹ ਸਥਾਨ ਆ ਜਿੱਥੇ ਮਾਤਾ ਨੇ 40 ਸਾਲ ਆਪ ਆਪਣੇ ਹੱਥਾਂ ਰੋਟੀਆਂ ਪਕਾ ਕੇ ਅਤੇ ਕੌਮ ਦੀ ਅਗਵਾਈ ਕੀਤੀ ਹੈ। 40 ਸਾਲ ਇੱਥੋਂ ਬੈਠਿਆਂ ਨੇ ਪੰਜਾਬ ਸਾਰੇ ਪੰਥ ਨੂੰ ਜਥੇਬੰਦ ਕੀਤਾ, ਇੱਥੋਂ ਚਿੱਠੀਆਂ ਲਿਖੀਆਂ, ਇੱਥੋਂ ਹੁਕਮਨਾਮੇ ਜਾਰੀ ਕੀਤੇ। ਅੱਜ ਐਡਾ ਵੱਡਾ ਦਿਨ ਹੈ ਸ਼ਹਾਦਤ ਦਾ ਕਿ ਮੈਂ ਸਿੱਖ ਸਾਰੀ, ਬਲਕਿ ਆਪਣੇ ਆਪ ਨੂੰ ਮੈਂ ਕੀ ਕਹਿਣਾ ਚਾਹੁੰਦਾ, ਮੈਂ ਤਾਂ ਇਸ ਲਾਇਕ ਨਹੀਂ ਹਾਂ, ਪਰ ਮੈਂ ਕੌਮ ਨੂੰ ਇਸ ਗੱਲ ਦਾ ਸੰਦੇਸ਼ ਦੇਣਾ ਚਾਹੁੰਦਾ ਕਿ 20 ਤਰੀਕ ਤੋਂ ਲੈ ਕੇ ਅਤੇ 28 ਤਰੀਕ ਤੱਕ ਜਿਹੜਾ ਕੌਮ ਦੇ ਉੱਤੇ ਸੰਕਟਮਈ ਸਮਾਂ, ਕਿ ਜਿੱਦਣ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਆਪਣਾ ਘਰ ਛੱਡਿਆ, ਸਰਸਾ ਪਾਰ ਕੀਤੀ ਆ, ਪਰਿਵਾਰ ਵਿਛੜ ਗਿਆ, ਇਹ ਕਿਹਦੇ ਲਈ ਕੀਤਾ? ਸਾਡੇ ਲਈ ਕੀਤਾ, ਕੌਮ ਲਈ ਕੀਤਾ, ਅਣਖ ਲਈ ਕੀਤਾ, ਗੈਰਤ ਲਈ ਕੀਤਾ। ਇੱਕੋ ਇੱਕ ਸੂਰਮਾ ਸੰਸਾਰ 'ਚ ਯੋਧਾ ਪੀਰ ਪਕੰਬਰ ਬਲੀ ਹੋਇਆ ਕਿ ਨਾ ਉਹ ਔਰਤ ਲਈ ਲੜਿਆ, ਨਾ ਉਹ ਪੈਸੇ ਲਈ ਲੜਿਆ, ਨਾ ਉਹ ਰਾਜ ਲਈ ਲੜਿਆ, ਸਿਰਫ ਇੱਕ ਦੇਸ਼ ਦੀ ਇਸਮਤ ਦੀ ਰਾਖੀ ਲਈ ਲੜਿਆ ਔਰ ਦੇਸ਼ ਦੀ ਇੱਜ਼ਤ ਲਈ ਲੜਿਆ ਔਰ ਹਿੰਦੂ ਧਰਮ ਨੂੰ ਬਚਾਉਣ ਲਈ ਲੜਿਆ ਔਰ ਸਾਰਾ ਪਰਿਵਾਰ ਹਿੰਦੂ ਧਰਮ ਦੀ ਭੇਡ ਚੜਾਤਾ ਕਿਸਮ ਦਾ। ਏਡੀ ਵੱਡੀ ਸ਼ਹਾਦਤ ਦਿੱਤੀ ਉਹਨਾਂ ਸਾਰੇ ਪਰਿਵਾਰ ਦੀ। ਇੰਨੀ ਸੰਗਤ ਵੱਡੀ ਗਿਣਤੀ 'ਚ ਆਈ ਆ, ਹਰ ਸਿੱਖ ਦਰਦ ਭਰੇ ਅਥਰੂ ਅੱਖਾਂ 'ਚ ਲੈ ਕੇ ਇੱਥੇ ਪਹੁੰਚਾ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ, ਪਰ ਇਹ ਗੱਲ ਵੀ ਜ਼ਰੂਰ ਕਹਿਣੀ ਚਾਹੁੰਦਾ ਕਿ ਆਪਾਂ ਨੂੰ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ।
ਇਹਨਾਂ ਦਿਨਾਂ ਵਿੱਚ ਕੋਈ ਖੁਸ਼ੀ ਦਾ ਤਿਉਹਾਰ ਨਹੀਂ ਮਨਾਉਣਾ ਚਾਹੀਦਾ। ਕੋਈ ਮੇਲਾ ਮੱਸਿਆ ਸਾਡੇ ਵਾਸਤੇ ਕੋਈ ਚੀਜ਼ ਨਹੀਂ, ਕੋਈ ਕ੍ਰਿਸਮਸ ਸਿੱਖਾਂ ਵਾਸਤੇ ਕੁਝ ਨਹੀਂ ਹੈਗੀ। ਸਾਡੇ ਵਾਸਤੇ ਜਿੱਦਾਂ ਅੱਲਾ यार खां जोगी ने लिखा कि बस एक हिंद में तीर्थ है यात्रा के लिए, कटाए बाप ने बच्चे जहाँ खुदा के लिए। इस करके साडा एक कोई तीर्थ है जिते नतमस्त होकर असीं अपनी जिंदगी सवार सकते हैं ते कलगीधर दे पातशाह दे चरणों नतमस्त होकर अपना अग्गा भी सवारीए, अपनी औलाद नूं गुरु साहब दी ते छोटे बच्चों की जीवनी उन्हां दी कुर्बानी दसीए ताकि बच्चे इस तरह चल के इस सिੱਖ ਨੂੰ ਪ੍ਰਫੁੱਲਤ ਕਰ ਸਕਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੀ ਮਿੱਠੀ ਯਾਦ ਨੂੰ, ਸ਼ਹਾਦਤ ਦੇ ਦਿਨ ਨੂੰ ਇਤਿਹਾਸ ਦੇ ਪਿਛੋਕੜ ਨਾਲ ਜੋੜ ਕੇ ਸੰਗਤਾਂ ਦੇ ਸਾਹਮਣੇ ਇੱਥੇ ਕੀਰਤਨ ਰਾਹੀਂ, ਕਥਾ ਰਾਹੀਂ ਔਰ ਲੈਕਚਰਾਂ ਰਾਹੀਂ ਜਿਹੜਾ ਹੈ ਇਤਿਹਾਸ ਨੂੰ ਪ੍ਰਚਾਰਿਆ ਗਿਆ। ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਜਾਣੂ ਰਹਿਣ। ਜਦੋਂ ਅਸੀਂ ਅਵੇਸਲੇ ਪੰਥ ਸੋ ਜਾਂਦੇ ਹਾਂ ਉਦੋਂ ਅਸੀਂ ਆਪਣੇ ਇਤਿਹਾਸ ਨੂੰ ਖੁੰਝ ਜਾਂਦੇ ਹਾਂ ਔਰ ਇਤਿਹਾਸ ਹੀ ਕਿਸੇ ਕੌਮ ਦੀ ਨੀਂਹ ਹੁੰਦੀ ਹੈ, ਜਿਹੜੀ ਨੀਂਹ ਜਿਹੜੀ ਹੈ ਉਹੀ ਬੁਨਿਆਦ ਔਰ ਇਮਾਰਤ ਨੂੰ ਖੜਾ ਕਰਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਹਨਾਂ ਦੀ ਸ਼ਹਾਦਤ ਦਾ ਸਾਕਾ ਸੁਣ ਕੇ ਰੂਹ ਵੀ ਕੰਬ ਉੱਠਦੀ ਹੈ ਕਿ ਇਸ ਸ਼ਹਾਦਤ ਲਈ ਉਮਰ ਮਾਇਨੇ ਰੱਖਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ PTC ਨਿਊਜ਼ ਦੀ ਖਾਸ ਪੇਸ਼ਕਸ਼। ਕਰੋ ਯਾਦ ਗੁਰਾਂ ਦਿਆਂ ਲਾਲਾ ਜੋ ਧਰਮ ਲਈ ਜਿੰਦ ਵਾਰ ਗਏ, ਜੋ ਧਰਮ ਲਈ ਜਿੰਦ ਵਾਰ ਗਏ। 6 ਪੋਹ ਦੀ ਰਾਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਮੁਰਿੰਡੇ ਦੀ ਧਰਤੀ ਪਹੁੰਚੇ। ਉਸ ਵਕਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਉਮਰ 5 ਸਾਲ। ਉਸ ਰਾਤ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਚੁੱਕੀ 'ਚ ਰਹੇ ਤੇ ਅਗਲੇ ਦਿਨ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ। ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ, ਪਰ ਗੰਗੂ ਬ੍ਰਾਹਮਣ ਗੁਰੂ ਘਰ ਦਾ ਨਮਕ ਖਾਣ ਤੋਂ ਬਾਅਦ ਵੀ ਨਮਕ ਹਰਾਮੀ ਕਰ ਗਿਆ ਅਤੇ ਉਸਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਜਾਣਕਾਰੀ ਮੁਰਿੰਡੇ ਦੇ ਕੋਤਵਾਲ ਨੂੰ ਦਿੱਤੀ। ਇਤਿਹਾਸ ਦੱਸਦਾ ਹੈ ਕਿ ਮੁਰਿੰਡੇ ਦੇ ਚੌਧਰੀ ਗਨੀ ਖਾਂ ਤੇ ਮਨੀ ਖਾਂ ਨੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਜਿਸ ਵਕਤ ਛੋਟੇ ਸਾਹਿਬਜ਼ਾਦਿਆਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਸਾਹਿਬਜ਼ਾਦੇ ਫਖਰ ਨਾਲ ਮੁਸਕਰਾਉਂਦੇ ਹੋਏ ਚਿਹਰਿਆਂ ਨਾਲ ਮਾਤਾ ਗੁਜਰੀ ਜੀ ਦੀ ਛਤਰ ਛਾਇਆ ਹੇਠ ਮੁਗਲ ਸਿਪਾਹੀਆਂ ਨਾਲ ਜਾ ਰਹੇ ਸਨ। ਇਤਿਹਾਸ ਦੱਸਦਾ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੋਤਵਾਲ ਦੀ ਜੇਲ੍ਹ ਦੇ ਵਿੱਚ ਇੱਕ ਰਾਤ ਰੱਖਿਆ ਗਿਆ ਅਤੇ ਅਗਲੇ ਦਿਨ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ। ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਸਿਪਾਹੀਆਂ ਨੂੰ ਕਹਿ ਦਿੱਤਾ ਕਿ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਏ। ਠੰਡੇ ਬੁਰਜ ਦਾ ਭਾਵ ਇਹ ਸੀ ਕਿ ਇੱਕ ਅਜਿਹੀ ਇਮਾਰਤ ਜੋ ਸਿਰਫ ਪਿਲਰਾਂ ਦੇ ਸਹਾਰੇ ਖੜੀ ਸੀ ਤੇ ਠੰਡੀ ਸੀਤ ਲਹਿਰ ਉੱਥੇ ਰਹਿਣ ਵਾਲੇ ਦੀਆਂ ਹੱਡੀਆਂ ਚੀਰਦੀ ਸੀ। ਪਰ ਦੋਵੇਂ ਛੋਟੇ-ਛੋਟੇ ਬਾਲ ਮਾਤਾ ਗੁਜਰੀ ਜੀ ਦੀ ਗੋਦੀ ਦਾ ਨਿੱਘ ਲੈਂਦਿਆਂ ਹੋਇਆਂ ਸਾਰੇ ਤਸ਼ੱਦਦ ਚੱਲਦੇ ਰਹੇ। ਵਜ਼ੀਰ ਖਾਂ ਚਾਹੁੰਦਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਇੰਨਾ ਤਸ਼ੱਦਦ ਦਿੱਤਾ ਜਾਏ ਕਿ ਉਹ ਪਹਿਲਾਂ ਹੀ ਟੁੱਟ ਜਾਣ, ਪਰ ਉਸ ਦਾ ਭੁਲੇਖਾ ਵੀ ਜਲਦ ਦੂਰ ਹੋਇਆ। ਇਤਿਹਾਸ ਇਹ ਵੀ ਦੱਸਦਾ ਹੈ ਕਿ ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਇਆ। ਮੋਤੀ ਰਾਮ ਮਹਿਰਾ ਦੇ ਇਸ ਪੁੰਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰਦੀ ਹੈ। ਖੈਰ ਅਗਲੇ ਦਿਨ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਦਰਬਾਰ ਦੇ ਵਿੱਚ ਬੁਲਾਇਆ ਗਿਆ। ਵਜ਼ੀਰ ਖਾਂ ਨੇ ਕੋਸ਼ਿਸ਼ ਕੀਤੀ ਕਿ ਦਰਬਾਰ ਦਾ ਵੱਡਾ ਗੇਟ ਬੰਦ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਝੁਕਾਇਆ ਜਾਵੇ, ਪਰ ਉਸ ਦੀਆਂ ਆਸਾਂ ਤੇ ਦੋਵੇਂ ਸਾਹਿਬਜ਼ਾਦਿਆਂ ਨੇ ਪਾਣੀ ਫੇਰ ਦਿੱਤਾ। ਜਦੋਂ ਗੇਟ ਵਿੱਚ ਲੰਘਣ ਲੱਗਿਆ ਸਿਰ ਦੀ ਥਾਂ ਪਹਿਲਾਂ ਪੈਰ ਅੰਦਰ ਰੱਖਿਆ। ਪਹਿਲੇ ਦਿਨ ਵਜ਼ੀਰ ਖਾਂ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਅਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਅਤੇ ਇਸਲਾਮ ਧਰਮ ਕਬੂਲ ਕਰਨ ਦੀ ਗੱਲ ਕਹੀ, ਪਰ ਦੋਵੇਂ ਸਾਹਿਬਜ਼ਾਦਿਆਂ ਨੇ ਨਿਡਰਤਾ ਤੇ ਦ੍ਰਿੜਤਾ ਦੇ ਨਾਲ ਵਜ਼ੀਰ ਖਾਨ ਨੂੰ ਜਵਾਬ ਦਿੱਤਾ। ਸਾਹਿਬਜ਼ਾਦਿਆਂ ਦੇ ਬੁਲੰਦ ਹੌਸਲੇ ਵੇਖ ਵਜ਼ੀਰ ਖਾਨ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਉਸ ਰਾਤ ਫਿਰ ਠੰਡੇ ਬੁਰਜ ਦੇ ਵਿੱਚ ਘੁੱਪ ਹਨੇਰੀ ਠੰਡੀ ਰਾਤ ਸਾਹਿਬਜ਼ਾਦਿਆਂ ਨੇ ਆਪਣੀ ਦਾਦੀ ਮਾਂ ਨਾਲ ਕੱਟੀ। ਅਗਲੇ ਦਿਨ ਫਿਰ ਤੋਂ ਦਰਬਾਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਅਤੇ ਫਿਰ ਸਾਹਿਬਜ਼ਾਦਿਆਂ ਨੂੰ
सख्ती नाल कहा गया कि वह इस्लाम धर्म कबूल कर लैण, पर साहबजादे टस तो मस न होए। इतिहास दसदा है कि दीवान सुच्चानंद ने सरहंद दे वजीर दे कंन भरे ते काजी नाल सलाह करके साहबजादिਆਂ ਨੂੰ ਨੀਹਾਂ 'ਚ ਚੜਾਉਣ ਲਈ ਗਿਆ। इतिहास यह भी दसदा है कि उस वेले नवाब मलेरकोटला ने हा दा नारा भी मारिया, पर नवाब वजीर खान ने मलेरकोटला के नवाब की एक ना सुनी ते साहबजादिਆਂ ਨੂੰ जिंदा ਨੀਹਾਂ 'ਚ ਚੜਾਉਣ ਦਾ हुक्म सुना दिता। अनेकों तरह के लालच, अनेकों तरह के डर भी साहबजादिਆਂ ਨੂੰ उन्हां दे हौसले तो डुला ना सके, क्योंकि साहबजादिਆਂ ਨੂੰ शहादत की उदाहरण गुरते विचों मिली सी। सो आखिरकार 13 पो की रात साहबजादा जोरावर सिंह ते साहबजादा फतेह सिंह नूं वजीर खां दे हुक्मां अनुसार जिंदा नीहां 'ਚ चणवा दिता गया। गुरु साहब दे नाल सिख पंथ की निडरता नूं दिखाउंदे होए शहीद हो गए। बेअंत तसीहे दे दे के अंत नु जालिम हार गए। करो याद गुरां दिया लाला नू, जो धर्म लई जिंदवार गए। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@btcnetwork.tv। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਮੁੜ ਹੋਵਾਂਗੇ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।